ਇੱਕ ਆਦਮੀ 10 ਲੱਖ ਰੁਪਏ ਸੇਵ ਕਰਦਾ ਹੈ ਅਤੇ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਫਾਈਨਲੀ ਮੈਂ ਇੱਕ ਵੱਡੀ ਕਾਰ ਖਰੀਦ ਸਕਾਂਗਾ। ਫਿਰ ਦੂਸਰਾ ਦੋਸਤ ਵੀ ਕਹਿੰਦਾ ਹੈ ਕਿ ਮੇਰੇ ਕੋਲ ਵੀ 10 ਲੱਖ ਰੁਪਏ ਹਨ ਜਿਨ੍ਹਾਂ ਨਾਲ ਮੈਂ ਸਟਾਕਸ ਖਰੀਦ ਲਏ। ਫਿਰ ਕੁਝ ਸਾਲ ਬਾਅਦ ਮੇਰੀ ਡਿਵੀਡੈਂਡ ਇਨਕਮ ਹੀ ਮੈਨੂੰ ਹਰ ਸਾਲ ਨਵੀਂ ਕਾਰ ਖਰੀਦ ਕੇ ਦੇਵੇਗੀ। ਇਹੀ ਛੋਟਾ ਜਿਹਾ ਡਿਫਰੈਂਸ ਹੁੰਦਾ ਹੈ ਰਿਚ ਮਾਈਂਡਸੈਟ ਅਤੇ ਪੂਅਰ ਮਾਈਂਡਸੈਟ ਵਾਲੇ ਲੋਕਾਂ ਵਿੱਚ, ਜਿੱਥੇ ਆਹ ਬੰਦਾ ਸਾਰੀ ਉਮਰ ਪੈਸਿਆਂ ਲਈ ਕੰਮ ਕਰਦਾ ਰਹੇਗਾ ਅਤੇ ਫਾਈਨੈਂਸ਼ੀਅਲ ਫਰੀडम ਉਸ ਲਈ ਇੱਕ ਸੁਪਨਾ ਹੀ ਰਹਿ ਜਾਏਗਾ। ਦੂਜੇ ਪਾਸੇ ਆਹ ਬੰਦਾ ਟਾਈਮ ਦੇ ਨਾਲ ਹੋਰ ਜ਼ਿਆਦਾ ਫਾਈਨੈਂਸ਼ੀਅਲੀ ਸਟਰੋਂਗ ਅਤੇ ਅਮੀਰ ਬਣਦਾ ਰਹੇਗਾ ਕੰਪਾਊਂਡਿੰਗ ਦੇ ਜ਼ਰੀਏ। ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਚੀਜ਼ਾਂ ਜਿਵੇਂ ਡਿਵੀਡੈਂਡਸ, ਇਨਵੈਸਟਿੰਗ, ਫਾਈਨੈਂਸ਼ੀਅਲ ਫਰੀडम ਆਪਾਂ ਨੂੰ ਸਕੂਲਾਂ ਵਿੱਚ ਨਹੀਂ ਸਿਖਾਈਆਂ ਜਾਂਦੀਆਂ, ਨਾ ਹੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਿਖਾਉਂਦੇ ਹਨ, ਜਿਸ ਕਰਕੇ ਉਹਨਾਂ ਦਾ ਮਾਈਂਡਸੈਟ ਪੂਅਰ ਮਾਈਂਡਸੈਟ ਹੀ ਬਣਿਆ ਰਹਿੰਦਾ ਹੈ। ਪਰ ਇਨਵੈਸਟਰ ਪੰਜਾਬ ਦਾ ਗੋਲ ਇਹੀ ਹੈ ਕਿ ਤੁਹਾਨੂੰ ਸਹੀ ਨੌਲੇਜ, ਮੋਟੀਵੇਸ਼ਨ ਅਤੇ ਸਹੀ ਡਾਇਰੈਕਸ਼ਨ ਮਿਲੇ, ਜਿਸ ਨਾਲ ਤੁਸੀਂ ਵੀ ਰਿਚ ਮਾਈਂਡਸੈਟ ਡਿਵੈਲਪ ਕਰ ਸਕੋ ਅਤੇ ਜਲਦੀ ਅਮੀਰ ਬਣ ਸਕੋ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਅਸੀਂ 3 ਇੰਪੋਰਟੈਂਟ ਪੁਆਇੰਟਸ ਡਿਸਕਸ ਕਰਨ ਵਾਲੇ ਹਾਂ, ਜਿਸ ਨਾਲ ਤੁਸੀਂ ਆਪਣਾ ਮਾਈਂਡਸੈਟ ਚੇਂਜ ਕਰ ਸਕਦੇ ਹੋ। ਤੁਸੀਂ ਆਪ ਹੀ ਦੇਖੋਗੇ ਕਿ ਰਿਚ ਮਾਈਂਡਸੈਟ ਅਤੇ ਪੂਅਰ ਮਾਈਂਡਸੈਟ ਵਿੱਚ ਕਿੰਨਾ ਫਰਕ ਹੁੰਦਾ ਹੈ। ਮੰਨ ਲਓ ਕਿ ਤੁਸੀਂ 20 ਸਾਲ ਦੇ ਹੋ ਅਤੇ ਤੁਸੀਂ ਆਪਣੀ ਐਜੂਕੇਸ਼ਨ ਖਤਮ ਕਰ ਲਈ ਹੈ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਾਰ ਗਿਫਟ ਕਰ ਦਿੱਤੀ, ਬਿਲਕੁਲ ਤੁਹਾਡੀ ਚੋਇਸ ਦੀ ਅਤੇ ਮਹਿੰਗੀ। ਪਰ ਇਸ ਵਿੱਚ ਇੱਕ ਸ਼ਰਤ ਹੈ ਕਿ ਤੁਹਾਨੂੰ ਸਿਰਫ ਉਹੀ ਕਾਰ ਮਿਲੇਗੀ ਸਾਰੀ ਉਮਰ ਵਾਸਤੇ। ਇਸ ਤੋਂ ਬਾਅਦ ਤੁਸੀਂ ਕੋਈ ਨਵੀਂ ਕਾਰ ਨਹੀਂ ਖਰੀਦ ਸਕਦੇ। ਇਹ ਸੁਣ ਕੇ ਤੁਸੀਂ ਕੀ ਕਰੋਗੇ? ਬਹੁਤ ਸਾਰੇ ਲੋਕ ਕਾਰ ਨੂੰ ਪਹਿਲੀ ਵਾਰ ਚਲਾਉਣ ਤੋਂ ਪਹਿਲਾਂ ਉਸ ਦੇ ਯੂਜ਼ਰ ਮੈਨੂਅਲ ਅਤੇ ਇੰਸਟਰਕਸ਼ਨਸ ਨੂੰ 4 ਵਾਰ ਪੜ੍ਹਨਗੇ। ਉਸ ਲਈ ਇੱਕ ਪਾਰਕਿੰਗ ਗੈਰਾਜ ਦਾ ਪ੍ਰਬੰਧ ਕਰਨਗੇ। ਉਸ ਦੇ ਆਇਲ ਨੂੰ ਟਾਈਮ ਤੇ ਚੇਂਜ ਕਰਨਗੇ। ਜੇਕਰ ਉਸ ਤੇ ਕੋਈ ਛੋਟਾ ਜਿਹਾ ਸਕ੍ਰੈਚ ਵੀ ਆ ਜਾਵੇ ਤਾਂ ਉਸੇ ਵੇਲੇ ਠੀਕ ਕਰਨਗੇ ਅਤੇ ਹਰ ਤਰ੍ਹਾਂ ਨਾਲ ਉਸ ਦੀ ਦੇਖਭਾਲ ਕਰਨਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਕਾਰ ਘੱਟੋ ਘੱਟ ਤੁਹਾਡੀ ਪੂਰੀ ਜ਼ਿੰਦਗੀ ਚੱਲਣੀ ਚਾਹੀਦੀ ਹੈ। ਇਸੇ ਤਰ੍ਹਾਂ ਤੁਹਾਡੀ ਬਾਡੀ ਅਤੇ ਤੁਹਾਡਾ ਮਾਈਂਡ ਵੀ ਤੁਹਾਨੂੰ ਇੱਕ ਵਾਰ ਹੀ ਮਿਲਦਾ ਹੈ ਪੂਰੀ ਜ਼ਿੰਦਗੀ ਲਈ, ਅਤੇ ਜੇਕਰ ਤੁਸੀਂ ਉਸ ਦਾ ਸਹੀ ਯੂਜ਼ ਨਹੀਂ ਕਰਦੇ ਅਤੇ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖਦੇ ਤਾਂ ਇਹ ਤਾਂ ਇਸ ਤਰ੍ਹਾਂ ਹੀ ਹੋਇਆ ਕਿ ਤੁਸੀਂ ਆਪਣੀ ਮਹਿੰਗੀ ਕਾਰ ਨੂੰ ਰੋਡ ਤੇ ਇੰਜ ਹੀ ਛੱਡ ਦਿੱਤਾ ਖਰਾਬ ਹੋਣ ਲਈ। ਰਿਐਲਿਟੀ ਵਿੱਚ ਤੁਸੀਂ ਆਪਣੀ ਕਾਰ ਅਤੇ ਆਪਣੇ ਘਰ ਨੂੰ ਬਹੁਤ ਵਾਰ ਚੇਂਜ ਕਰ ਸਕਦੇ ਹੋ, ਪਰ ਤੁਸੀਂ ਆਪਣੇ ਮਾਈਂਡ ਨੂੰ ਹਰ ਵਾਰੀ ਰੀਸੈਟ ਨਹੀਂ ਕਰ ਸਕਦੇ। ਵੀਡੀਓ ਗੇਮ ਦੀ ਤਰ੍ਹਾਂ ਤੁਸੀਂ ਨਿਊ ਬਟਨ ਸਿਲੈਕਟ ਕਰਕੇ ਨਵੀਂ ਲਾਈਫ ਨਹੀਂ ਲਿਆ ਸਕਦੇ। ਇਸ ਲਈ ਜੋ ਲੋਕ ਸਕਸੈਸਫੁਲ ਹੁੰਦੇ ਹਨ ਉਹ ਲੋਕ ਘੱਟ ਉਮਰ ਵਿੱਚ ਹੀ ਆਪਣੇ ਮਾਈਂਡਸੈਟ ਨੂੰ ਸਟਰੋਂਗ ਬਣਾ ਕੇ ਇੱਕ ਅਲੱਗ ਹੀ ਡਾਇਰੈਕਸ਼ਨ ਵਿੱਚ ਨਿਕਲ ਜਾਂਦੇ ਹਨ। ਰਿਚ ਪੀਪਲ ਵੈਲਿਊ ਦੇਅਰ ਐਸੈਟਸ, ਪੂਅਰ ਪੀਪਲ ਡੋਂਟ। ਮੈਨੂੰ ਹਲੇ ਵੀ ਯਾਦ ਹੈ ਜਦੋਂ ਮੈਂ ਕਾਲਜ ਵਿੱਚ ਸੀ ਤਾਂ ਮੇਰੇ ਪ੍ਰੋਫੈਸਰ ਨੇ ਪਹਿਲੇ ਦਿਨ ਦੀ ਸਪੀਚ ਵਿੱਚ ਇੱਕ ਸਵਾਲ ਪੁੱਛਿਆ ਸੀ ਕਿ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੈਲਿਊਬਲ ਐਸੈਟ ਕਿਹੜਾ ਹੁੰਦਾ ਹੈ। ਕੁਝ ਬੱਚਿਆਂ ਨੇ ਕਿਹਾ ਉਹਨਾਂ ਦਾ ਘਰ, ਇਨਵੈਸਟਮੈਂਟ, ਕਾਰ, ਬਾਈਕ ਵਗੈਰਾ ਵਗੈਰਾ, ਪਰ ਐਕਚੁਅਲ ਆਨਸਰ ਕੁਝ ਹੋਰ ਹੀ ਸੀ। ਤੁਹਾਡਾ ਸਭ ਤੋਂ ਵੈਲਿਊਬਲ ਐਸੈਟ ਤੁਹਾਡਾ ਮਾਈਂਡ ਹੈ। ਜਿੰਨੇ ਵੀ ਲੋਕ ਕਾਲਜ ਵਿੱਚ ਜਾਂਦੇ ਹਨ ਉਹ ਆਪਣੇ ਮਾਈਂਡ ਨੂੰ ਇੰਪਰੂਵ ਕਰਨ ਹੀ ਜਾਂਦੇ ਹਨ ਤਾਂ ਕਿ ਫਿਊਚਰ ਵਿੱਚ ਉਹਨਾਂ ਦੀ ਅਰਨਿੰਗ ਕਪੈਸਿਟੀ ਇਨਕਰੀਜ਼ ਹੋ ਸਕੇ ਅਤੇ ਉਸ 4 ਸਾਲ ਦੀ ਇਨਵੈਸਟਮੈਂਟ ਨਾਲ ਸ਼ਾਇਦ ਉਹਨਾਂ ਦੀ ਆਉਣ ਵਾਲੇ 40 ਸਾਲ ਦੀ ਜ਼ਿੰਦਗੀ ਬਦਲ ਜਾਵੇ। ਇਸ ਲਈ ਜੇ ਤੁਸੀਂ ਆਪਣੇ ਆਪ ਤੇ ਇਨਵੈਸਟ ਨਹੀਂ ਕਰਦੇ ਤਾਂ ਤੁਸੀਂ ਆਪਣੇ ਸਭ ਤੋਂ ਵੈਲਿਊਬਲ ਐਸੈਟ ਨੂੰ ਵੇਸਟ ਕਰ ਰਹੇ ਹੋ, ਕਿਉਂਕਿ ਵੈਲਿਊਏਸ਼ਨ ਦਾ ਗੋਲਡਨ ਰੂਲ ਕਹਿੰਦਾ ਹੈ ਦ ਵੈਲਿਊ ਆਫ ਐਨੀ ਐਸੈਟ ਇਜ਼ ਦ ਵੈਲਿਊ ਆਫ ਆਲ ਦ ਐਕਸਪੈਕਟਡ ਫਿਊਚਰ ਕੈਸ਼ ਫਲੋਸ। ਜੇਕਰ ਤੁਹਾਨੂੰ ਇਨਵੈਸਟਿੰਗ ਦੇ ਬਾਰੇ ਕੁਝ ਵੀ ਨਹੀਂ ਪਤਾ ਤਾਂ ਤੁਸੀਂ ਆਪਣੀ ਸੈਲਰੀ ਐਫਡੀ ਵਿੱਚ ਲਗਾਉਂਦੇ ਹੋਵੋਗੇ, ਜਿਸ ਵਿੱਚ ਤੁਹਾਨੂੰ ਸਿਰਫ 6% ਇੰਟਰਸਟ ਮਿਲਦਾ ਹੋਵੇਗਾ। ਪਰ ਜੇਕਰ ਤੁਸੀਂ ਥੋੜਾ ਜਿਹਾ ਟਾਈਮ ਇਨਵੈਸਟ ਕਰਕੇ ਆਪਣੀ ਨੌਲੇਜ ਇਨਕਰੀਜ਼ ਕਰਦੇ ਹੋ ਤਾਂ ਤੁਹਾਨੂੰ ਉਸ ਤੋਂ ਡਬਲ ਰਿਟਰਨ ਮਿਲ ਸਕਦਾ ਹੈ, ਯਾਨੀ 12%। ਅਤੇ ਥੋੜਾ ਹੋਰ ਇਨਕਰੀਜ਼ ਕਰਦੇ ਹੋ ਤਾਂ ਤੁਸੀਂ ਡਾਇਰੈਕਟ ਬਿਜ਼ਨਸ ਸਟਾਰਟ ਕਰ ਸਕਦੇ ਹੋ ਜਾਂ ਕੋਈ ਐਗਜ਼ਿਸਟਿੰਗ ਬਿਜ਼ਨਸ ਖਰੀਦ ਸਕਦੇ ਹੋ, ਮਤਲਬ ਸਟਾਕਸ ਖਰੀਦ ਸਕਦੇ ਹੋ, ਜਿਸ ਵਿੱਚ ਤੁਹਾਨੂੰ 12 ਦੀ ਜਗ੍ਹਾ 18 ਤੋਂ 20% ਰਿਟਰਨ ਵੀ ਮਿਲ ਸਕਦਾ ਹੈ। ਮਤਲਬ ਤੁਸੀਂ ਆਪਣੇ ਸਭ ਤੋਂ ਵੈਲਿਊਬਲ ਐਸੈਟ ਦੀ ਵੈਲਿਊ ਨੂੰ ਕਾਫੀ ਗੁਣਾ ਵਧਾ ਸਕਦੇ ਹੋ ਸਿਰਫ ਕੁਝ ਅੱਛੀ ਬੁੱਕਸ ਰੀਡ ਕਰਕੇ ਜਾਂ ਫਿਰ ਫਾਈਨੈਂਸ਼ੀਅਲ ਐਪੀਸੋਡ ਦੇਖ ਕੇ। ਬਹੁਤ ਲੋਕ ਕਹਿੰਦੇ ਹਨ ਕਿ 20s ਵਿੱਚ ਉਹਨਾਂ ਕੋਲ ਜ਼ਿਆਦਾ ਪੈਸੇ ਹੁੰਦੇ ਨਹੀਂ ਹਨ, ਉਹਨਾਂ ਕੋਲ ਸਿਰਫ ਕੁਝ ਹਜ਼ਾਰ ਪੈਸੇ ਹੁੰਦੇ ਹਨ ਪਾਕਟ ਮਨੀ ਦੇ ਤੌਰ ਤੇ। ਕੀ ਉਹਨਾਂ ਨੂੰ ਇਹ ਛੋਟੀ ਜਿਹੀ ਅਮਾਊਂਟ ਇਨਵੈਸਟ ਕਰਨੀ ਚਾਹੀਦੀ ਹੈ? ਇੱਥੇ ਬਹੁਤ ਸਾਰੇ ਲੋਕ ਬਹੁਤ ਹੀ ਇੰਪੋਰਟੈਂਟ ਚੀਜ਼ ਨੂੰ ਮਿਸ ਕਰ ਦਿੰਦੇ ਹਨ। ਭਲੇ ਹੀ ਤੁਹਾਡੇ ਕੋਲ ਹੁਣ ਪੈਸੇ ਨਹੀਂ ਹਨ, ਪਰ ਤੁਸੀਂ ਆਪਣੀ ਫਾਈਨੈਂਸ਼ੀਅਲ ਫਰੀडम ਦੀ ਜਰਨੀ ਹੁਣ ਤੋਂ ਹੀ ਸ਼ੁਰੂ ਕਰ ਸਕਦੇ ਹੋ, ਕਿਉਂਕਿ ਜਿਨ੍ਹਾਂ ਦਾ ਪੂਅਰ ਮਾਈਂਡਸੈਟ ਹੁੰਦਾ ਹੈ ਉਹ ਕਹਿੰਦੇ ਹਨ ਕਿ ਜਦੋਂ ਮੇਰੇ ਕੋਲ ਬਹੁਤ ਸਾਰਾ ਪੈਸਾ ਆਵੇਗਾ ਉਦੋਂ ਮੈਂ ਪੈਸੇ ਨੂੰ ਮੈਨੇਜ ਕਰਨਾ ਅਤੇ ਇਨਵੈਸਟਮੈਂਟ ਕਰਨਾ ਸ਼ੁਰੂ ਕਰਾਂਗਾ। ਪਰ ਜਿਨ੍ਹਾਂ ਦਾ ਰਿਚ ਮਾਈਂਡਸੈਟ ਹੁੰਦਾ ਹੈ ਉਹ ਕਹਿੰਦੇ ਹਨ ਕਿ ਜਦੋਂ ਮੈਂ ਥੋੜੇ ਜਿਹੇ ਪੈਸੇ ਨੂੰ ਮੈਨੇਜ ਕਰਨਾ ਅਤੇ ਇਨਵੈਸਟ ਕਰਨਾ ਸਿੱਖ ਲਵਾਂਗਾ ਤਾਂ ਮੇਰੇ ਕੋਲ ਆਪਣੇ ਆਪ ਹੋਰ ਪੈਸੇ ਆ ਜਾਣਗੇ। ਇਸ ਨਾਲ ਇਹ ਹੋਵੇਗਾ ਕਿ ਜਦੋਂ ਤੁਹਾਡੇ ਕੋਲ ਜ਼ਿਆਦਾ ਪੈਸੇ ਆ ਜਾਣਗੇ ਉਦੋਂ ਤੱਕ ਤੁਹਾਡੀ ਨੌਲੇਜ ਵੀ ਸਟਰੋਂਗ ਹੋ ਜਾਵੇਗੀ। ਅਮੀਰ ਲੋਕ ਹਮੇਸ਼ਾ ਇਨਵੈਸਟਮੈਂਟ ਲੱਭਦੇ ਹਨ, ਗਰੀਬ ਲੋਕ ਹਮੇਸ਼ਾ ਬਹਾਨੇ ਲੱਭਦੇ ਹਨ। ਇਨਵੈਸਟਮੈਂਟ ਕਰਨ ਲਈ ਤੁਹਾਨੂੰ ਬਹੁਤ ਵੱਡਾ ਅਮਾਊਂਟ ਨਹੀਂ ਚਾਹੀਦਾ। ਤੁਸੀਂ 100 ਜਾਂ 500 ਰੁਪਏ ਤੋਂ ਸ਼ੁਰੂ ਕਰ ਸਕਦੇ ਹੋ, ਕਿਉਂਕਿ ਜਦੋਂ ਵਾਰਨ ਬਫੇਟ ਨੇ 11 ਸਾਲ ਦੀ ਉਮਰ ਵਿੱਚ ਇਨਵੈਸਟਮੈਂਟ ਸ਼ੁਰੂ ਕੀਤੀ ਸੀ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਬਹੁਤ ਜਲਦੀ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ ਹੈ। ਉਹ ਕਹਿੰਦੇ ਹਨ I made my first investment at the age of 11. I was wasting my time until then.
ਤੁਸੀਂ ਕਿਸੇ 40 ਸਾਲ ਦੇ ਬੰਦੇ ਨੂੰ ਪੁੱਛੋਗੇ ਕਿ ਉਹਨਾਂ ਦੀ ਲਾਈਫ ਦੀ ਸਭ ਤੋਂ ਵੱਡੀ ਮਿਸਟੇਕ ਕੀ ਸੀ, ਤਾਂ ਮੈਕਸਿਮਮ ਲੋਕ ਇਹੀ ਕਹਿਣਗੇ, ਉਹਨਾਂ ਨੇ ਮਨੀ ਮੈਨੇਜਮੈਂਟ ਨੂੰ ਬਹੁਤ ਦੇਰ ਬਾਅਦ ਸਮਝਿਆ। ਜਦੋਂ ਤੁਸੀਂ ਕਿਸੇ ਅਮੀਰ ਬਿਜ਼ਨਸਮੈਨ ਜਿਵੇਂ ਬਿਲ ਗੇਟਸ, ਸਟੀਵ ਜੌਬਸ, ਇਲੌਨ ਮਸਕ ਜਾਂ ਕਿਸੇ ਹੋਰ ਦੀਆਂ ਬੁੱਕਸ ਰੀਡ ਕਰੋਗੇ ਜਾਂ ਇੰਟਰਵਿਊ ਦੇਖੋਗੇ ਤਾਂ ਤੁਹਾਨੂੰ ਇਹਨਾਂ ਕੋਲੋਂ ਇੱਕ ਹੀ ਚੀਜ਼ ਸਭ ਤੋਂ ਜ਼ਿਆਦਾ ਸੁਣਨ ਨੂੰ ਮਿਲੇਗੀ ਕਿ ਤੁਹਾਨੂੰ 20s ਦੀ ਏਜ ਵਿੱਚ ਸਭ ਤੋਂ ਜ਼ਿਆਦਾ ਰਿਸਕ ਲੈਣਾ ਚਾਹੀਦਾ ਹੈ। ਮਤਲਬ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੀਦਾ ਹੈ। ਜੇ ਤੁਸੀਂ ਬਿਜ਼ਨਸ ਸਟਾਰਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਕੰਪਨੀਜ਼ ਵਿੱਚ ਇਨਵੈਸਟ ਤਾਂ ਕਰਨਾ ਹੀ ਚਾਹੀਦਾ ਹੈ। ਇਮੈਜਿਨ ਕਰੋ ਕਿ ਤੁਸੀਂ ਕੰਪਿਊਟਰ ਵਿੱਚ ਲੈਟਰ ਲਿਖ ਕੇ ਉਸ ਦਾ ਪ੍ਰਿੰਟ ਆਊਟ ਕੱਢਦੇ ਹੋ। ਪ੍ਰਿੰਟ ਕਰਨ ਤੋਂ ਬਾਅਦ ਤੁਸੀਂ ਉਸ ਦੀ ਹਾਰਡ ਕਾਪੀ ਰੀਡ ਕਰਦੇ ਹੋ। ਰੀਡ ਕਰਦੇ ਸਮੇਂ ਤੁਸੀਂ ਦੇਖਿਆ ਕਿ ਉਸ ਵਿੱਚ ਟਾਈਪਿੰਗ ਮਿਸਟੇਕ ਹੈ। ਮਿਸਟੇਕ ਠੀਕ ਕਰਨ ਲਈ ਤੁਸੀਂ ਉਸ ਲੈਟਰ ਨੂੰ ਫੇਰ ਅਪਲੋਡ ਕਰਕੇ ਇਰੇਜ਼ ਕਰ ਦਿੰਦੇ ਹੋ ਅਤੇ ਉਸ ਮਿਸਟੇਕ ਨੂੰ ਸਹੀ ਕਰ ਦਿੰਦੇ ਹੋ ਅਤੇ ਫੇਰ ਤੁਸੀਂ ਉਸ ਦਾ ਪ੍ਰਿੰਟ ਆਊਟ ਕੱਢਦੇ ਹੋ। ਤੁਸੀਂ ਦੇਖਿਆ ਕਿ ਫੇਰ ਉਹੀ ਮਿਸਟੇਕ ਹਲੇ ਵੀ ਹੈ। ਤੁਸੀਂ ਸੋਚਾਂ ਵਿੱਚ ਪੈ ਜਾਂਦੇ ਹੋ ਕਿ ਇਹ ਕੀ ਹੋ ਗਿਆ, ਇਹਨੂੰ ਤਾਂ ਮੈਂ ਹੁਣੇ ਹੀ ਠੀਕ ਕੀਤਾ ਸੀ। ਇਸ ਵਾਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਇਰੇਜ਼ ਕਰਕੇ ਫਿਰ ਇੱਕ ਹੋਰ ਪ੍ਰਿੰਟ ਆਊਟ ਕੱਢਦੇ ਹੋ, ਪਰ ਉਹ ਸੇਮ ਮਿਸਟੇਕ ਹਲੇ ਵੀ ਉੱਥੇ ਹੈ। ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਕਿ ਹੋ ਕੀ ਰਿਹਾ ਹੈ। ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਪ੍ਰੋਬਲਮ ਪੇਪਰ ਜਾਂ ਪ੍ਰਿੰਟਰ ਦੀ ਨਹੀਂ ਹੈ, ਪ੍ਰੋਬਲਮ ਤਾਂ ਉਸ ਪ੍ਰੋਗਰਾਮ ਦੇ ਅੰਦਰ ਸੀ ਜਿੱਥੇ ਤੁਸੀਂ ਗਲਤੀ ਕਰਕੇ ਰੱਖੀ ਸੀ। ਇਸੇ ਤਰ੍ਹਾਂ ਬਹੁਤ ਲੋਕ ਕਹਿੰਦੇ ਹਨ ਕਿ ਉਹਨਾਂ ਕੋਲ ਪੈਸੇ ਨਹੀਂ ਹਨ, ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਖਰਾਬ ਹੈ, ਪਰ ਅਸਲ ਵਿੱਚ ਜੋ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਹ ਪ੍ਰੋਬਲਮ ਨਹੀਂ ਹੈ, ਉਹ ਤਾਂ ਐਂਡ ਰਿਜ਼ਲਟ ਹੈ। ਰੀਅਲ ਪ੍ਰੋਬਲਮ ਤਾਂ ਉਹਨਾਂ ਦਾ ਮਾਈਂਡਸੈਟ ਹੁੰਦਾ ਹੈ। ਇਦਾਂ ਦੇ ਲੋਕਾਂ ਦੀ ਕਰੋੜਾਂ ਦੀ ਲੋਟਰੀ ਵੀ ਲੱਗ ਜਾਵੇਗੀ ਤਾਂ ਵੀ ਉਹ ਉਹਨੂੰ ਕੁਝ ਸਾਲਾਂ ਵਿੱਚ ਹੀ ਗਵਾ ਦੇਣਗੇ। ਸਾਡੇ ਕੋਲ ਅਜਿਹੇ ਲੋਕਾਂ ਦੇ ਬਹੁਤ ਐਗਜ਼ਾਮਪਲਸ ਹਨ। 70% ਤੋਂ ਵੀ ਜ਼ਿਆਦਾ ਲੋਟਰੀ ਵਿਨਰਸ 10 ਸਾਲ ਦੇ ਵਿੱਚ ਵਾਪਸ ਬੈਂਕਰਪਟ ਹੋ ਜਾਂਦੇ ਹਨ। ਆਪਣੀ ਫਾਈਨੈਂਸ਼ੀਅਲ ਫਰੀडम ਦੀ ਜਰਨੀ ਸ਼ੁਰੂ ਕਰਨ ਲਈ ਤੁਹਾਨੂੰ ਇੱਕ ਡੀਮੈਟ ਅਕਾਊਂਟ ਦੀ ਲੋੜ ਹੈ ਅਤੇ ਡਿਸਕ੍ਰਿਪਸ਼ਨ ਵਿੱਚ ਬਿਗਿਨਰਸ ਲਈ ਬੈਸਟ ਬ੍ਰੋਕਰਸ ਦਾ ਲਿੰਕ ਦਿੱਤਾ ਗਿਆ ਹੈ, ਕਿਉਂਕਿ ਮੈਂ ਸਮਝਦਾ ਹਾਂ ਕਿ ਇਨਵੈਸਟਰ ਪੰਜਾਬ ਦੇ ਮੈਕਸਿਮਮ ਮੈਂਬਰਸ ਨਵੇਂ ਇਨਵੈਸਟਰ ਹੀ ਹਨ ਅਤੇ ਆਪਣੇ ਕੋਲ ਸ਼ੁਰੂ ਵਿੱਚ ਇੰਨਾ ਪੈਸਾ ਨਹੀਂ ਹੁੰਦਾ ਕਿ ਆਪਾਂ ਹਾਈ ਚਾਰजेस ਪੇ ਕਰ ਸਕੀਏ। ਇਸੇ ਲਈ ਹੀ ਮੈਂ ਇਹ ਐਪਸ ਸਿਰਫ ਤੁਹਾਨੂੰ ਧਿਆਨ ਵਿੱਚ ਰੱਖ ਕੇ ਹੀ ਚੁਣੇ ਹਨ। ਗਰੋ ਐਪ ਵਿੱਚ ਤੁਹਾਨੂੰ ਕੋਈ ਫੀਸ ਨਹੀਂ ਲੱਗੇਗੀ ਅਤੇ ਅਪਸਟੌਕਸ ਵਿੱਚ ਸਿਰਫ ਐਨੂਅਲ ਮੇਨਟੇਨੈਂਸ ਚਾਰजेस ਹੀ ਹਨ, ਜੋ ਕਿ ਬਾਕੀ ਬ੍ਰੋਕਰਸ ਨਾਲੋਂ ਬਹੁਤ ਹੀ ਘੱਟ ਹਨ। ਜੇਕਰ ਤੁਸੀਂ ਐਕਚੁਅਲ ਵਿੱਚ ਅਮੀਰ ਬਣਨਾ ਚਾਹੁੰਦੇ ਹੋ ਜਾਂ ਬਣੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਟੀਨਿਊਸਲੀ ਆਪਣੇ ਮਾਈਂਡ ਵਿੱਚ ਇਨਵੈਸਟ ਕਰਦੇ ਰਹਿਣਾ ਪਵੇਗਾ। ਰਿਚ ਪੀਪਲ ਫੋਕਸ ਔਨ ਮਾਈਂਡਸੈਟ, ਪੂਅਰ ਪੀਪਲ ਫੋਕਸ ਔਨ ਮਨੀ, ਕਿਉਂਕਿ ਛੋਟੇ ਆਊਟਕਮਸ ਵੀ ਲੌਂਗ ਟਰਮ ਵਿੱਚ ਬਹੁਤ ਵੱਡੇ ਰਿਜ਼ਲਟਸ ਕ੍ਰੀਏਟ ਕਰਦੇ ਹਨ ਕੰਪਾਊਂਡਿੰਗ ਦੇ ਜ਼ਰੀਏ। ਜੇ ਤੁਸੀਂ ਹਰ ਰੋਜ਼ 1% ਇੰਪਰੂਵ ਹੁੰਦੇ ਹੋ ਤਾਂ 1 ਸਾਲ ਬਾਅਦ ਤੁਸੀਂ 37 ਟਾਈਮਸ ਇੰਪਰੂਵ ਹੋ ਜਾਓਗੇ। ਪਰ ਜੇ ਤੁਸੀਂ ਰੋਂਗ ਡਾਇਰੈਕਸ਼ਨ ਵਿੱਚ ਜਾਂਦੇ ਹੋ ਤਾਂ ਕੰਪਾਊਂਡਿੰਗ ਉੱਥੇ ਵੀ ਕੰਮ ਕਰਦੀ ਹੈ, ਜੋ ਤੁਹਾਡਾ ਸਤਿਆਨਾਸ਼ ਕਰ ਦੇਵੇਗੀ। ਤੁਹਾਡੇ ਵਿੱਚੋਂ ਕਈ ਲੋਕ ਮੈਨੂੰ ਕਹਿੰਦੇ ਹਨ ਕਿ ਤੁਹਾਡੇ ਵੀਡੀਓਜ਼ ਤੇ ਇੰਨੇ ਘੱਟ ਵਿਊਜ਼ ਆਉਂਦੇ ਹਨ, ਪਰ ਦੂਸਰੇ ਨਿੱਬਾ ਨਿੱਬੀ ਵਾਲੇ ਵੀਡੀਓਜ਼ ਤੇ ਮਿਲੀਅਨਸ ਵਿੱਚ ਵਿਊਜ਼ ਆਉਂਦੇ ਹਨ, ਜੋ ਸਿਰਫ ਸਾਡੀ ਮੈਂਟੈਲਿਟੀ ਹੀ ਖਰਾਬ ਕਰਦੇ ਹਨ। ਇਸ ਦਾ ਰੀਜ਼ਨ ਇਹ ਹੈ ਕਿ ਮੈਕਸਿਮਮ ਲੋਕਾਂ ਨੂੰ ਇੰਸਟੈਂਟ ਗ੍ਰੈਟੀਫਿਕੇਸ਼ਨ ਚਾਹੀਦੀ ਹੈ, ਕੁਝ ਟਾਈਮ ਦਾ ਇੰਜੋਇਮੈਂਟ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਪੈਸਿਵ ਇਨਕਮ ਕਮਾਉਣ, ਇਨਵੈਸਟਿੰਗ ਕਰਨ, ਪੈਸੇ ਤੋਂ ਪੈਸੇ ਬਣਾਉਣ ਬਾਰੇ ਕੋਈ ਖਿਆਲ ਨਹੀਂ ਆਉਂਦਾ। ਉਹ ਸੋਚਦੇ ਹਨ ਕਿ ਅਜੇ ਤਾਂ ਪਿਆਰ ਕਰਨ ਦੀ ਉਮਰ ਹੈ, ਕੁੜੀਆਂ ਰੱਖਣ ਦੀ ਉਮਰ ਹੈ, ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਬਾਅਦ ਵਿੱਚ ਕਮਾ ਲਵਾਂਗੇ। ਪਰ ਦਾ ਸੀਕ੍ਰੇਟ ਆਫ ਮਿਲੀਅਨਰੀ ਮਾਈਂਡ ਬੁੱਕ ਵਿੱਚ ਕਿਹਾ ਗਿਆ ਹੈ, ਤੁਸੀਂ ਜੋ ਕੰਟੈਂਟ ਕੰਜ਼ਿਊਮ ਕਰਦੇ ਹੋ ਤੁਹਾਡਾ ਦਿਮਾਗ ਸਾਰਾ ਦਿਨ ਉਸੇ ਤਰ੍ਹਾਂ ਹੀ ਸੋਚਦਾ ਰਹੇਗਾ ਅਤੇ ਤੁਸੀਂ ਉਦਾਂ ਦੇ ਹੀ ਫਾਲਤੂ ਐਕਸ਼ਨਸ ਲੈਣ ਲੱਗ ਜਾਓਗੇ। ਪਰ ਤੁਸੀਂ ਟਾਈਮ ਪਾਸ ਕਰਨ ਦੀ ਜਗ੍ਹਾ ਫਾਈਨੈਂਸ਼ੀਅਲ ਵੈਬ ਸੀਰੀਜ਼ ਦੇਖ ਕੇ ਨੌਲੇਜ ਇਨਕਰੀਜ਼ ਕਰ ਰਹੇ ਹੋ। ਇਸ ਦਾ ਮਤਲਬ ਤੁਸੀਂ ਐਕਚੁਅਲ ਵਿੱਚ ਰਿਚ ਮਾਈਂਡਸੈਟ ਵਾਲੇ ਹੋ ਅਤੇ ਆਪਣੇ ਆਪ ਨੂੰ, ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦੇ ਹੋ। ਤੁਸੀਂ ਇੱਕ ਦਿਨ ਜ਼ਰੂਰ ਫਾਈਨੈਂਸ਼ੀਅਲ ਫਰੀडम ਅਚੀਵ ਕਰੋਗੇ। ਹੁਣ ਨਜ਼ਰ ਮਾਰ ਲੈਂਦੇ ਹਾਂ ਇਸ ਐਪੀਸੋਡ ਦੀ ਸਮਰੀ ਤੇ। ਲਰਨਿੰਗ ਨੰਬਰ 1, ਰਿਚ ਪੀਪਲ ਵੈਲਿਊ ਦੇਅਰ ਐਸੈਟਸ, ਪੂਅਰ ਪੀਪਲ ਡੋਂਟ। ਆਪਣਾ ਸਭ ਤੋਂ ਵੈਲਿਊਬਲ ਐਸੈਟ ਆਪਣਾ ਮਾਈਂਡ ਹੈ, ਪਰ ਲੋਕ ਕਾਰ, ਮੋਟਰਸਾਈਕਲ ਅਤੇ ਆਪਣੀ ਕਾਰ ਨੂੰ ਐਸੈਟ ਸਮਝੀ ਬੈਠੇ ਹਨ, ਜੋ ਸਿਰਫ ਉਹਨਾਂ ਦਾ ਪੈਸਾ ਖਰਚ ਹੀ ਕਰਾਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਮਾਈਂਡਸੈਟ ਨੂੰ ਇੰਪਰੂਵ ਕਰਨ ਵੱਲ ਧਿਆਨ ਦਿਓ। ਆਪਣੀ ਨੌਲੇਜ ਇਨਕਰੀਜ਼ ਕਰਕੇ, ਫਾਈਨੈਂਸ਼ੀਅਲ ਬੁੱਕਸ ਰੀਡ ਕਰਕੇ ਅਤੇ ਫਾਈਨੈਂਸ਼ੀਅਲ ਐਪੀਸੋਡਸ ਦੇਖ ਕੇ ਆਪਣੇ ਐਸੈਟ ਦੀ ਵੈਲਿਊ ਵਧਾਓ, ਜਿਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਿਟਰਨਸ ਮਿਲਣਗੇ। ਲਰਨਿੰਗ ਨੰਬਰ 2, ਪੂਅਰ ਪੀਪਲ ਮੇਕ ਐਕਸਕਿਊਜ਼ਸ, ਰਿਚ ਪੀਪਲ ਮੇਕ ਇਨਵੈਸਟਮੈਂਟਸ। ਗਰੀਬ ਲੋਕਾਂ ਕੋਲ ਤਾਂ ਸਿਰਫ ਬਹਾਨੇ ਹੀ ਹੁੰਦੇ ਹਨ ਕਿ ਅਜੇ ਤਾਂ ਮੇਰੀ ਉਮਰ ਬਹੁਤ ਛੋਟੀ ਹੈ, ਮੇਰੇ ਕੋਲ ਇੰਨੇ ਪੈਸੇ ਕਿੱਥੇ ਹਨ। ਜਦੋਂ ਮੇਰੇ ਕੋਲ ਬਹੁਤ ਸਾਰੇ ਪੈਸੇ ਆ ਜਾਣਗੇ ਤਾਂ ਉਦੋਂ ਮੈਂ ਪੈਸੇ ਨੂੰ ਮੈਨੇਜ ਕਰਾਂਗਾ ਅਤੇ ਇਨਵੈਸਟਿੰਗ ਸ਼ੁਰੂ ਕਰਾਂਗਾ। ਪਰ ਜੋ ਲੋਕ ਰਿਐਲਿਟੀ ਵਿੱਚ ਅਮੀਰ ਬਣਨਾ ਚਾਹੁੰਦੇ ਹਨ ਉਹ ਤਾਂ 100 ਰੁਪਏ ਤੋਂ ਵੀ ਸ਼ੁਰੂ ਕਰ ਦਿੰਦੇ ਹਨ। ਉਹ ਇਹ ਨਹੀਂ ਦੇਖਦੇ ਕਿ ਕਿਸੇ ਤਰ੍ਹਾਂ ਮੈਨੂੰ ਬਹੁਤ ਵਧੀਆ ਸਟਾਕ ਲੱਭ ਜਾਵੇ ਤਾਂ ਮੈਂ ਫੇਰ ਸ਼ੁਰੂ ਕਰਾਂਗਾ। ਉਹ ਤਾਂ ਇੰਡੈਕਸ ਫੰਡ ਤੋਂ ਹੀ ਸ਼ੁਰੂ ਕਰ ਦਿੰਦੇ ਹਨ ਜਾਂ ਘੱਟੋ ਘੱਟ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਦੇ ਹਨ। ਲਰਨਿੰਗ ਨੰਬਰ 3, ਰਿਚ ਪੀਪਲ ਫੋਕਸ ਔਨ ਮਾਈਂਡਸੈਟ, ਪੂਅਰ ਪੀਪਲ ਫੋਕਸ ਔਨ ਮਨੀ। ਗਰੀਬ ਲੋਕਾਂ ਦਾ ਧਿਆਨ ਪੈਸੇ ਲੱਭਣ ਵੱਲ ਹੀ ਹੁੰਦਾ ਹੈ ਕਿ ਕਿਸੇ ਪਾਸਿਓਂ ਪੈਸੇ ਆ ਜਾਣ, ਕਿਤੇ ਲੋਟਰੀ ਲੱਗ ਜਾਵੇ ਜਾਂ ਕਿਤੇ ਰਸਤੇ ਵਿੱਚੋਂ ਮਿਲ ਜਾਣ। ਪਰ ਅਮੀਰ ਲੋਕ ਆਪਣੇ ਮਾਈਂਡਸੈਟ ਵੱਲ ਧਿਆਨ ਦਿੰਦੇ ਹਨ ਅਤੇ ਆਪਣੇ ਆਪ ਨੂੰ ਸਵਾਲ ਪੁੱਛਦੇ ਹਨ ਕਿ ਮੈਂ ਕਿਸ ਤਰ੍ਹਾਂ ਇੰਪਰੂਵ ਕਰ ਸਕਦਾ ਹਾਂ, ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਕਿਸ ਤਰ੍ਹਾਂ ਸਹੀ ਕਰ ਸਕਦਾ ਹਾਂ, ਮੇਰੇ ਕੋਲ ਜ਼ਿਆਦਾ ਪੈਸੇ ਕਿੱਥੋਂ ਆਉਣਗੇ, ਮੈਂ ਕਿਹੜੀਆਂ ਬੁੱਕਸ ਰੀਡ ਕਰਾਂ ਅਤੇ ਕਿਹੜੇ ਸਟਾਕਸ ਵਿੱਚ ਇਨਵੈਸਟ ਕਰਾਂ। ਉਹ ਆਪਣੇ ਆਪ ਨੂੰ ਹਰ ਰੋਜ਼ 1% ਤਾਂ ਇੰਪਰੂਵ ਕਰਦੇ ਹੀ ਹਨ। ਇਸ ਲਈ ਤੁਸੀਂ ਵੀ ਸਭ ਤੋਂ ਪਹਿਲਾਂ
ਪਹਿਲਾਂ ਲਰਨਿੰਗ ਵੱਲ ਧਿਆਨ ਦਿਓ, ਕਿਉਂਕਿ ਜ਼ਿੰਦਗੀ ਵਿੱਚ ਸਭ ਤੋਂ ਇੰਪੋਰਟੈਂਟ ਪੈਸਾ ਹੀ ਹੈ। ਪਿਆਰ ਵੀ ਤਾਂ ਹੀ ਟਿਕਿਆ ਰਹਿੰਦਾ ਹੈ ਜੇ ਤੁਹਾਡੇ ਕੋਲ ਪੈਸਾ ਹੋਵੇ। ਪੈਸਿਆਂ ਨਾਲ ਤੁਸੀਂ ਸਭ ਕੁਝ ਖਰੀਦ ਸਕਦੇ ਹੋ, ਇੱਥੋਂ ਤੱਕ ਕਿ ਖੁਸ਼ੀਆਂ ਵੀ। ਇਸ ਬਾਰੇ ਆਪਾਂ ਆਉਣ ਵਾਲੇ ਫਾਈਨੈਂਸ਼ੀਅਲ ਐਪੀਸੋਡਸ ਵਿੱਚ ਗੱਲ ਕਰਾਂਗੇ। ਅੱਜ ਲਈ ਬਸ ਇੰਨਾ ਹੀ। ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।